ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋ ਨ ਗਰਭ ਨਾਇਓ। ਜਬ ਨੌਨੀ ਭਾਗ ਨਿਲਾਇ ਉਦੈ, ਅਬਲੋ ਭਰਮ ਤੇ ਫਿਰਤੇ ਬੁਧਾਇ। कल कोर समुद्र में बूंदत थे, कबहू मिट नहीं रे पछताए। तत् विचार कहे मथुरा जग तारन को अवतार बनायो। जपियो जिन अर्जन देव गुरु, फिर संकट जो न गर्भ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋ ਨ ਗਰਭ ਨਾਇਓ। ਤਰਨ ਗਗਨ ਨਾਵ ਖੰਡ ਮੈਂ, ਤੋਤ ਕਰੋ
ਤਰਨ ਗਗਨ ਨਾਮ ਖੰਡ ਮੈਂ ਜੋਤ ਸਵੇਰੋ ਪੀ ਰਹਿਓ ਪਰ ਪਰਮਤ ਰਾਕੇਸ਼ ਭੇਦ ਨਹੀਂ ਸੁਨਿਆ ਜਨ ਪਰ ਤਖ ਹਰ ਸੁਨਿਆ ਜਨ ਪਰ ਤਖ ਹਰ ਸੁਨਿਆ ਜਨ ਪਰ ਤਖ ਹਰ ਵਾਹਿਗੁਰੂ। ਗੁਰੇ ਅਰਜਨ ਵਿਟੋ ਕੁਰਬਾਨੀ ਗੁਰੇ ਅਰਜਨ ਵਿਟੋ ਕੁਰਬਾਨੀ ਗੁਰੇ ਅਰਜਨ ਵਿਟੋ ਕੁਰਬਾਨੀ ਰਹਿੰਦੇ ਗੋਰੇ ਦਰਿਆਓ ਵਿੱਚ ਰਹਿੰਦੇ ਗੋਰੇ ਦਰਿਆਓ ਵਿੱਚ ਮੀਨ ਕੁੜੀ ਹੇਤ ਨਿਰਵਾਣੇ ਮੀਨ ਕੁੜੀ ਹੇਤ ਨਿਰਵਾਣੇ ਮੀਨ ਕੁੜੀ ਹੇਤ ਨਿਰਵਾਣੀ ਗੁਰੇ ਅਰਜਨ ਵਿਟੋ ਕੁਰਬਾਨੀ ਗੁਰੇ ਅਰਜਨ ਵਿਟੋ ਕੁਰਬਾਨੀ ਗੁਰੇ ਅਰਜਨ ਵਿਟੋ ਕੁਰਬਾਨੀ ਦਰਸ਼ਨ ਦੇਖ ਪਤੰਗ ਜੋ ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਈ ਜੋਤੀ ਅੰਦਰ ਜੋਤ ਸਮਾਈ ਜੋਤੀ ਅੰਦਰ ਜੋਤ ਸਮਾਈ ਗੁਰੇ ਅਰਜਨ ਵਿਟੋ ਕੁਰਬਾਨੀ ਗੁਰੇ ਅਰਜਨ ਵਿਟੋ ਕੁਰਬਾਨੀ ਗੁਰੇ ਅਰਜਨ ਵਿਟੋ ਕੁਰਬਾਨੀ
ਸ਼ਬਦ ਸੁਰਤ ਨਿਵ ਮ੍ਰਿਗ ਜਿਉ ਸ਼ਬਦ ਸੁਰਤ ਨਿਵ ਮ੍ਰਿਗ ਜਿਉ ਪੀੜ ਪਈ ਜਿਤ ਅਵਰ ਨ ਜਾਣੇ ਪੀੜ ਪਈ ਜਿਤ ਅਵਰ ਨ ਜਾਣੇ ਪੀੜ ਪਈ ਜਿਤ ਅਵਰ ਨ ਜਾਣੇ ਗੁਰ ਅਰਜਨ ਮਿਟੋ ਗੁਰ ਬਾਣੀ ਗੁਰ ਅਰਜਨ ਮਿਟੋ ਗੁਰ ਬਾਣੀ ਗੁਰ ਅਰਜਨ ਮਿਟੋ ਗੁਰ ਬਾਣੀ ਚਰਨ ਕਮਲ ਮਨਾ ਪਵਰ ਜੋ ਚਰਨ ਕਮਲ ਮਿਲੇ ਪਵਨ ਜੋ ਸੁਖ ਸੰਪਤ ਵਿੱਚ ਰਹਿਣ ਵਿਹਾਰੇ ਸੁਖ ਸੰਪਤ ਵਿੱਚ ਰਹਿਣ ਵਿਹਾਰੇ ਸੁਖ ਸੰਪਤ ਵਿੱਚ ਰਹਿਣ ਬਿਹਾਣੀ ਗੁਰ ਅਰਜਨ ਮਿਟੋ ਗੁਰ ਬਾਣੀ ਗੁਰ ਅਰਜਨ ਮਿਟੋ ਗੁਰ ਬਾਣੀ ਗੁਰ ਉਪਦੇਸ਼ ਵਿਸਰੈ ਗੁਰ ਉਪਦੇਸ਼ ਵਿਸਰੈ ਬੇਬੀ ਹੈ ਜੋ
ਗੁਰਮੁਖ ਸੁਖ ਫਲ ਬ੍ਰਹਮ ਰਸ ਗੁਰਮੁਖ ਸੁਖ ਫਲ ਬ੍ਰਹਮ ਰਸ ਸਹਿਜ ਸਮਾਧ ਸਾਧ ਸੰਗ ਜਾਣੇ ਸਹਿਜ ਸਮਾਧ ਸਾਧ ਸੰਗ ਜਾਣੇ ਸਾਧ ਸਮਾਧ ਸਾਧ ਸੰਗ ਜਾਣੇ ਗੁਰ ਹਰ ਜਨ ਮਿਟੋ ਗੁਰ ਬਾਣੀ ਹਰ ਜਨ ਮਿਟੋ ਗੁਰ ਬਾਣੀ ਹਰ ਜਨ ਮਿਟੋ ਗੁਰ ਬਾਣੀ ਸੋ ਗੁਰੂ ਦੀ ਸਾਜਣਾ ਜੀ ਸਾਧ ਸੰਗਤ ਜੀਓ ਬੜ ਭਾਗੇ ਜਨ ਹੋ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਗ ਮਿਟੇ ਹਰ ਸੇਵਾ ਵੱਡੇ ਭਾਗਾਂ ਦੇ ਨਾਮ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਗੁਰੂ ਦੇ ਪਿਆਰੇ ਗੁਰੂ ਦੇ ਚਰਨਾਂ ਵਿੱਚ ਬੈਠੇ ਹਨ ਸਤਿਗੁਰੂ ਜੀ ਕਹਿੰਦੇ ਨੇ ਕਿ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਕੂੜਿਆਰ ਕੁੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਸੋ ਵੱਡੇ ਭਾਗ ਹਨ ਸਤਿਗੁਰ ਜੀ ਦੀ ਪਾਵਨ ਮਿੱਠੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ ਧੰਨ ਧੰਨ ਪੰਚਮ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਭੱਟ ਫੁਰਮਾਨ ਕਰਦੇ ਨੇ ਕਿ ਇਹਦੇ ਵਿੱਚ ਕੋਈ ਭੇਦ ਨਹੀਂ ਕਿ ਧਰਨ ਗਗਨ ਨਵ ਖੰਡ ਮੈਂ ਧਰਤੀ ਤੇ ਗਗਨ ਵਿੱਚ ਨਵਾਂ ਖੰਡਾਂ ਵਿੱਚ ਜੋਤ ਸਭ ਰੂਪੀ ਰਹਿਓ ਪਰ ਭਨ ਮਥਰਾ ਕਿਛ ਭੇਦ ਨਾਹੀਂ ਗੁਰ ਅਰਜਨ ਪਰਤਖ ਹਰ ਸਵਾਇ ਧੰਨ ਧੰਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਵਿਚਾਰ ਕਰਨੀ ਹੈ ਕਿ ਸਤਿਗੁਰਾਂ ਦੀ ਸ਼ਹੀਦੀ ਕਿਉਂ ਹੋਈ ਇਹਦੇ ਵਿੱਚ ਕਈ ਕਾਰਨ ਹਨ ਪਹਿਲਾ ਕਾਰਨ ਹੈ ਕਿ ਉਹਨਾਂ ਦੇ ਵੱਡੇ ਭਾਚਾ ਪਿੱਛੀ ਚੰਦ ਉਹਨਾਂ ਨਾਲ ਵੈਰ ਵਿਰੋਧ ਉਹ ਸਤਿਗੁਰੂ ਜੀ ਨਾਲ ਬੜੀ ਈਰਖਾ ਕਰਦੇ ਸਨ ਬਾਦਸ਼ਾਹ ਦੇ ਜਾ ਕੇ ਕੰਨ ਪੜਦੇ ਸਨ ਦੂਸਰਾ ਸਤਿਗੁਰੂ ਜੀ ਪਾਸ ਭਗਤ ਕਾਨਾ ਭਗਤ ਜੀ ਪੀਲੋ ਭਗਤ ਜੀ ਛੱਜੂ ਭਗਤ ਜੀ ਤੇ ਸ਼ਾਹ ਹੁਸੈਨ ਇਹ ਸਤਿਗੁਰੂ ਜੀ ਦੇ ਪਾਸ ਆਏ ਕਹਿਣ ਲੱਗੇ ਸਤਿਗੁਰੂ ਜੀ ਅਸੀਂ ਵੀ ਭਗਤ ਹਾਂ ਤੇ ਸਾਡੀ ਜੋ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰੋ ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਜੋ ਬਾਣੀ ਹੈ ਇਹ ਧੁਰ ਕੀ ਬਾਣੀ ਆਈ ਤਿਨ ਸਗਲੀ ਚੰਤ ਮਟਾਈ ਸੋਠ ਰਾਗ ਵਿੱਚ ਧੰਨ ਪੰਚਮ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਬਾਣੀ ਇਹ ਧੁਰੋਂ ਆਈ ਹੈ ਇਹ ਕਿਸੇ ਮਨੁੱਖ ਦੀ ਉਚਾਰਨ ਕੀਤੀ ਹੋਈ ਨਹੀਂ
ਤੇ ਨਾ ਹੀ ਸਾਡੀ ਉਚਾਰਨ ਕੀਤੀ ਹੋਈ ਹੈ। ਤਾਂ ਤੀਸਰੇ ਪਾਤਸ਼ਾਹ ਜੀ ਕਹਿੰਦੇ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਲ ਨਾ ਕੋਏ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਖਸਮ ਅਕਾਲ ਪੁਰਖ ਨੂੰ ਆਖਿਆ ਹੈ ਕਿ ਜਿਸ ਤਰ੍ਹਾਂ ਉਹ ਮੈਨੂੰ ਹੁਕਮ ਕਰਦੇ ਨੇ, ਬਾਣੀ ਭੇਜਦੇ ਨੇ, ਮੈਂ ਉਸੇ ਤਰ੍ਹਾਂ ਗਾਇਨ ਕਰਦਾ ਹਾਂ। ਉਹੀ ਗਿਆਨ ਮੈਂ ਦੁਨੀਆ ਨੂੰ ਬਖਸ਼ਿਸ਼ ਕਰਦਾ ਹਾਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਕਹਿੰਦੇ ਨੇ ਮਹਾਰਾਜ ਸਾਡੀ ਬਾਣੀ ਸੁਣ ਕੇ ਤੇ ਵੇਖੋ। ਤੇ ਭਗਤ ਕਾन्हा ਜੀ ਬਾਣੀ ਉਚਾਰਨ ਲੱਗੇ, ਕਹਿਣ ਲੱਗੇ, ਉਹੀ ਰੇ ਮੈਂ ਉਹੀ ਰੇ, ਜਾਂ ਕੋ ਵੇਦ ਪੁਰਾਣ ਸਭ ਗਾਵੈ, ਖੋਜਤ ਖੋਜਤ ਕੋਈ ਰੇ। ਜਾਂ ਕੋ ਨਾਰਦ ਸਾਰਦ ਸੇਵੇ, ਸੇਵੇ ਦੇਵੀ ਦੇਵਾ ਰੇ। ਬ੍ਰਹਮੇ ਵਿਸ਼ਨ ਮਹੇਸ਼ ਅਰਾਧਾ, ਸਭ ਕਰਦੇ ਜਾਂ ਕੀ ਸੇਵਾ ਰੇ। ਤੇ ਧੰਨ ਪੰਚਮ ਪਾਤਸ਼ਾਹ ਜੀ ਕਹਿਣ ਲੱਗੇ ਕਿ ਜੋ ਗੁਰੂ ਕੀ ਬਾਣੀ ਹੈ, ਧੁਰ ਕੀ ਬਾਣੀ ਹੈ, ਸਾਧ ਸੰਗਤ ਜੀ ਧਿਆਨ ਦੇਣਾ। ਉਸਨੇ ਪਹਿਲੇ ਆਖਿਆ, ਉਹੀ ਰੇ ਮੈਂ ਉਹੀ ਰੇ। ਤੇ ਧੰਨ ਪੰਚਮ ਪਾਤਸ਼ਾਹ ਜੀ ਕਹਿਣ ਲੱਗੇ, ਬਾਣੀ ਤੇ ਕਹਿੰਦੀ ਏ, ਤੂੰ ਤੂੰ ਕਰਤਾ ਤੂੰ ਹੋਵਾ, ਮੁਝ ਮੇਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖਾ ਤਾਂ ਤੂੰ, ਤੇ ਤੂੰ ਕਹਿੰਦਾ ਉਹੀ ਰੇ ਮੈਂ ਉਹੀ ਰੇ। ਸਤਿਗੁਰੂ ਦੇ ਵਿੱਚ ਮੈਂ ਨੂੰ ਕੋਈ ਥਾਂ ਨਹੀਂ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਕਾन्हा ਭਗਤ ਕਹਿਣ ਲੱਗੇ ਕਿ ਇਹ ਜੋ ਬਾਣੀ ਹੈ ਨਾ, ਇਹ ਅਕਾਲ ਪੁਰਖ ਨੇ ਭੇਜੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਸਿੱਧਾ ਨੇ ਸਵਾਲ ਕੀਤਾ, ਤੂੰ ਕਿੱਥੋਂ ਆਇਆ, ਕੀ ਤੇਰਾ ਨਾਮ ਹੈ, ਤੇ ਉਹਨਾਂ ਨੇ ਇਹ ਨਹੀਂ ਆਖਿਆ ਕਿ ਮੈਂ ਨਾਨਕ ਹਾਂ, ਮੈਂ ਫਲਾਣੇ ਦੇਸ਼ ਤੋਂ ਆਇਆ ਹਾਂ। ਆ 52 ਅੱਖਰੀ ਪੜ੍ਹਦੇ ਹੋ, ਉਹਦੇ ਵਿੱਚ ਪਾਵਨ ਤੁਕਾਂ ਆਉਂਦੀਆਂ ਨੇ। ਸਿੱਧ ਪੁੱਛਦੇ ਨੇ, ਕਮਨ ਤੁਮੇ ਕਿਆ ਨਾਮ ਤੁਮਾਰਾ, ਕੌਣ ਮਾਰਗ ਕੌਣ ਸੁਭਾਓ। ਤੇਰਾ ਨਾਂ ਕੀ ਹੈ, ਕਿੱਥੋਂ ਆਇਆ ਤੂੰ, ਤੇਰਾ ਮਾਰਗ ਕੀ ਹੈ, ਤੇਰਾ ਪੰਥ ਕੀ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਸਾਚ ਕਹੂੰ ਅਰਦਾਸ ਹਮਾਰੇ, ਹੋ ਸੰਤ ਜਨਾਂ ਬਲ ਜਾਓ। ਸਾਚ ਕਹੂੰ ਅਰਦਾਸ ਹਮਾਰੀ, ਹੋ ਸੰਤ ਜਨਾਂ ਬਲ ਜਾਉ। ਤੇ ਤੂੰ ਕਹਿੰਦਾ ਉਹੀ ਰੇ ਮੈਂ ਉਹੀ ਰੇ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। जब मेरी मेरी मिट जाए, तब प्रभ काज सवारे आए। मेरी तो इत्थे थां ही कोई नहीं। इस करके तेरी बाणी जो है ये धुरदी नहीं, तेरे अपने मन दियां कल्पना विचारां ने, ये बाणी नहीं होंदी। पीलो कहंदा मेरी सुन लवो, कहंदा असां नालों सो पले जमदियां मर गए। उन्हां चिक्कड़ अंदर बेड़िया, ना अलूद पए। ਤੇ ਸਤਿਗੁਰੂ ਜੀ ਕਹਿੰਦੇ ਨੇ, ਆਖੇ ਅਸਾਂ ਨਾਲੋਂ ਭਲੇ ਚੰਗੇ ਜੰਮਦਿਆਂ ਮਰ ਗਏ। ਜੇ ਜੰਮਦੇ ਹੀ ਮਰ ਜਾਣਾ ਤੇ ਉਸ ਸੰਸਾਰ ਦੇ ਵਿੱਚ ਉਸ ਅਕਾਲ ਪੁਰਖ ਨੇ ਤੈਨੂੰ ਭੇਜਿਆ ਹੈ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਤੇ ਤੂੰ ਕਹਿੰਦਾ ਜਿਉਂਦਿਆਂ ਹੀ ਮਰ ਗਏ। ਤੇ ਸਤਿਗੁਰੂ ਜੀ ਕਹਿੰਦੇ ਨੇ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਹੈ ਕਿ ਗੁਰਮੁਖ ਸੇਵਕ ਕੱਢੈ ਖੋਤ। ਇਸ ਦੇਹੀ ਨੂੰ ਸੁਰਨਰ ਮੁਣਜਨ ਜੋਚ ਲੈ, ਬਿਨ ਸਤਿਗੁਰੂ ਪਾਈ ਨਾ ਜਾਏ। ਤੇ ਤੂੰ ਕਹਿੰਦਾ ਅਸਾਂ ਨਾਲੋਂ ਉਹ ਭਲੇ ਜੰਮਦੇ ਹੀ ਮਰ ਗਏ। ਸਤਿਗੁਰੂ ਜੀ ਕਹਿੰਦੇ ਨੇ ਵੀ ਤੇਰੀ ਬਾਣੀ ਨਹੀਂ ਹੈਗੀ। ਤੇ ਛੱਜੂ ਭਗਤ ਕਹਿਣ ਲੱਗਾ, ਮੇਰੀ ਬਾਣੀ ਸਾਨੂੰ ਕਰ ਲੋ। ਕਹਿੰਦਾ ਕਾਗਦ ਸੰਤੀ ਪੁੱਤਰੀ, ਤੋ ਨਾ ਤਰਿਆ ਨਿਰਭਾਮ। ਜਿਉਂ ਮਹੀਂ ਮਾਰ ਲੈ ਜਾਏਗੇ ਜੋ ਬਲੋਚਾਂ ਦੀ ਧਾੜ। ਕਾਗਜ਼ ਸੰਧੀ ਪੁਤਲੀ, ਤੋ ਨਾ ਤਰਿਆ ਨਿਹਾਰ। ਤੂੰ ਹੀ ਮਾਰ ਲੈ ਜਾਏਗੇ ਜੋ ਬਲੋਚਾਂ ਦੀ ਧਾੜ। ਸਤਿਗੁਰੂ ਜੀ ਕਹਿੰਦੇ ਨੇ ਇੱਥੇ ਬਲੋਚ ਕਿੱਥੋਂ ਆ ਗਏ, ਧਾੜ ਕਿੱਥੋਂ ਆ ਗਈ। ਤੇ ਤੂੰ ਕਹਿੰਦਾ ਜਿਹੜੀ ਤਰਿਆ ਪਤਨੀ ਪੁਤਨੀ ਹੈ,
ਉਹਨੂੰ ਨਹਾਰਨਾ ਨਹੀਂ ਚਾਹੀਦਾ। ਤੇ ਧੰਨ ਗੁਰੂ ਨਾਨਕ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਸੋ ਕੋ ਮੰਦਾ ਆਖੀਐ ਜਿਤ ਜੰਮੈ ਰਜਾਨ। ਤੂੰ ਇਸਤਰੀ ਨੂੰ ਮੰਦਾ ਕਹਿੰਦਾ। ਤੇ ਸਾਡੀ ਬਾਣੀ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਸੋ ਕੋ ਮੰਦਾ ਆਖੀਐ ਜਿਤ ਜੰਮੈ ਰਜਾਨ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਤੇ ਫਰੀਦ ਸਾਹਿਬ ਜੀ ਕਹਿੰਦੇ ਨੇ, ਧਨ ਜਨੇਂਦੀ ਮਾਓ ਆਏ ਸਫਲ ਸੇ। ਤੇ ਤੂੰ ਇਸਤਰੀ ਬਾਰੇ 12 ਸੋਚਣਾ ਹੈ, ਇਹ ਤੇਰੀ ਬਾਣੀ ਹੈ। ਤਿੰਨਾਂ ਨੂੰ ਨਾ ਕਰ ਦਿੱਤੇ। ਚੌਥਾ ਸ਼ਾਹ ਹਸਾਨ ਕਹਿੰਦਾ, ਮੇਰੀ ਬਾਣੀ ਸਰਵਣ ਕਰ ਲੋ, ਮੇਰੀ ਬਾਣੀ ਅਲੱਗ ਹੀ ਹੈ। ਕਹਿੰਦੇ ਤੂੰ ਵੀ ਸੁਣਾ ਦੇ ਭਾਈ। ਕਹਿੰਦਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦਾ ਨਹੀਂ ਚਾਹ ਵੇ ਅੜਿਆ। ਤੇ ਸਤਿਗੁਰੂ ਜੀ ਕਹਿੰਦੇ ਫਿਰ ਤੂੰ ਬੋਲਣਾ ਕਿਉਂ ਪਿਆ, ਚੁੱਪ ਹੀ ਕਰ ਜਾ, ਤੇਰੀ ਚੁੱਪ ਹੀ ਭਲੀ ਹੈ। ਤੂੰ ਤੇ ਪਹਿਲੇ ਹੀ ਆਖ ਦਿੱਤਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦਾ ਨਹੀਂ ਚਾਹ ਵੇ ਚੜਿਆ। ਤੇ ਸਤਿਗੁਰੂ ਜੀ ਕਹਿੰਦੇ ਨੇ, ਬਾਣੀ ਗੁਰੂ ਨਾਨਕ ਦੀ ਕਹਿੰਦੀ ਹੈ, ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਛ ਸੁਣੀਐ ਕਿਛ ਕਹੀਐ। ਪਾਲ ਰਹੇ ਹਮ ਰਹਿਨ ਨਾ ਪਾਇਆ, ਜੀਵਤਿਆਂ ਮਰ ਰਹੀ ਹੈ। ਤੇ ਤੂੰ ਕਹਿੰਦਾ ਚੁੱਪ ਵੇੜਿਆ, ਚੁੱਪ ਵੇੜਿਆ। ਬੋਲੇ ਨਾਹੀ ਹੋਏ ਬੈਠਾ ਮੋਹਨੀ, ਅੰਤਰ ਕਲਪ ਭਵਾਈਐ ਜੋਨੀ। ਜਿਹੜਾ ਬੋਲਦਾ ਹੀ ਨਹੀਂ, ਮੋਹਨੀ ਹੋ ਕੇ ਬੈਠ ਜਾਂਦਾ। ਬਾਣੀ ਸਾਡੀ ਕਹਿੰਦੀ ਉਹ ਜੂਨਾਂ ਦੇ ਵਿੱਚ ਫਿਰਦਾ, ਤੇ ਤੂੰ ਪਹਿਲੇ ਹੀ ਕਹਿੰਦਾ ਚੁੱਪ ਵੇੜਿਆ, ਚੁੱਪ ਵੇੜਿਆ। ਇਸ ਕਰਕੇ ਤੁਹਾਡੀ ਬਾਣੀ ਜੋ ਹੈ, ਕੋਈ ਅਕਾਲ ਪੁਰਖ ਦੀ ਬਾਣੀ ਜੋ ਧੁਰੋਂ ਭੇਜੀ ਹੈ, ਇਹਦੇ ਨਾਲ ਮੇਲ ਨਹੀਂ ਖਾਂਦੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਨੇ ਵੀ ਸਤਿਗੁਰ ਨਾਲ ਦੁਸ਼ਮਣੀ। ਤੇ ਕਹਿੰਦੇ ਨੇ, ਚੰਦੂ ਨੇ ਆਪਣੇ ਐਨਕਾਰ ਭੇਜੇ ਕਿ ਜਾਓ, ਮੇਰੀ ਬੱਚੀ ਜੋ ਹੈ ਜਵਾਨ ਹੋ ਗਈ ਹੈ, ਉਹਦਾ ਰਿਸ਼ਤਾ ਵੇਖ ਕੇ ਆਓ। ਤੇ ਸਾਧ ਸੰਗਤ ਜੀ ਜਦੋਂ ਉਹ ਪਰੋਤ ਫਿਰਦੇ ਫਿਰਦੇ ਸ੍ਰੀ ਅੰਮ੍ਰਿਤਸਰ ਆਏ, ਤੇ ਆ ਕੇ ਕੀ ਵੇਖਦੇ ਹਨ, ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਹੈ। ਤੇ ਉਸ ਦੀਵਾਨ ਦੇ ਵਿੱਚ ਸਾਹਿਬਜ਼ਾਦੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੋਹਣੇ ਪੁਸ਼ਾਕਾਂ ਪਾ ਕੇ ਤਖਤਾਂ ਤੇ ਬੈਠੇ ਨੇ, ਸੂਰਜ ਵਾਂਗਰ ਸੋਝਦੇ ਨੇ। ਕਹਿੰਦੇ ਨੇ ਸਤਿਗੁਰੂ ਜੀ ਧੰਨ ਗੁਰੂ 6ਵੇਂ ਪਾਤਸ਼ਾਹ ਜੀ ਦਾ ਕੱਦ 7.5 ਫੁੱਟ ਸੀ, ਬੜੇ ਜਵਾਨ ਸਨ। ਤੇ ਜਦੋਂ ਕਿਤੇ ਘੋੜੀ ਤੇ ਜਾਂਦੇ ਸਨ ਦੂਰ ਦਰਾਡੇ, ਤੇ ਕਹਿੰਦੇ 2 ਘੋੜੀਆਂ ਲੈ ਕੇ ਜਾਂਦੇ ਸਨ। ਆਪ ਦੀ ਘੋੜੀ ਬਦਲਣੀ ਪੈਂਦੀ ਸੀ। ਘੋੜੀ ਵੀ ਸਤਿਗੁਰੂ ਜੀ ਦਾ ਭਾਰ ਸਹਿਣ ਨਹੀਂ ਸੀ ਕਰਦੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਤਿਗੁਰੂ ਜੀ 6ਵੇਂ ਪਾਤਸ਼ਾਹ ਜੀ ਕੋਲ ਸੋਧ ਰਹੇ ਨੇ, ਪੰਚਮ ਪਾਤਸ਼ਾਹ ਜੀ ਨੇ। ਉਹਨਾਂ ਨੇ ਵੇਖਿਆ ਕਿ ਇਹ ਤੇ ਸ਼ਾਹਾਂ ਦੇ ਸ਼ਾਨਾਂ ਦੇ ਸ਼ਾਨਸ਼ਾਹ ਹਨ, ਬੜੇ ਉੱਚੀ ਕੁੱਲ ਦੇ ਹਨ, ਤੇ ਕਿਉਂ ਨਾ ਚੰਦੂ ਸਵਾਈ ਦੀ ਲੜਕੀ ਦਾ ਰਿਸ਼ਤਾ ਇੱਥੇ ਕਰ ਜਾਈਏ। ਤੇ ਕਹਿੰਦੇ ਨੇ ਜਦੋਂ ਉਹਨਾਂ ਨੇ ਆ ਕੇ ਬੇਨਤੀ ਕੀਤੀ ਸਤਿਗੁਰੂ ਦੇ ਚਰਨਾਂ ਵਿੱਚ, ਸਤਿਗੁਰੂ ਜੀ ਕਹਿਣ ਲੱਗੇ, ਭਾਈ ਸੰਗਤ ਬੈਠੀ ਹੈ, ਸੰਗਤ ਕੋਲੋਂ ਪੁੱਛ ਲਓ, ਸੰਗਤ ਸਾਡੇ ਨਾਲ ਵੱਡੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਨੇ ਹਾਂ ਭਰੀ, ਸਤਿਗੁਰੂ ਜੀ ਨੇ ਹਾਂ ਕਰ ਦਿੱਤੀ। ਇਹ ਕਹਿੰਦੇ ਨੇ ਜਦੋਂ ਪਰੋ ਚੰਦੂ ਕੋਲ ਗਏ, ਜਾ ਕੇ ਆਖਿਆ ਕਿ ਤੁਸੀਂ ਆਖਿਆ ਸੀ ਸਾਡੀ ਲੜਕੀ ਦਾ ਜੋ ਰਿਸ਼ਤਾ ਹੈ ਉੱਚੇ ਘਰ ਕਰਕੇ ਆਉਣਾ ਹੈ, ਤੇ ਅਸੀਂ ਤੇ ਸ਼ਾਹਾਂ ਦੇ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਨਾਲ ਕਰਕੇ ਆਏ ਹਾਂ। ਬੜੀ ਉੱਚੀ ਕੁੱਲ ਜਾਦੇ ਨੇ, ਬੜਾ ਉਹਨਾਂ ਦਾ ਰੁਤਬਾ ਹੈ। ਤੇ ਕਹਿਣ ਲੱਗਾ, ਇਹ ਤੁਸੀਂ ਕੀ ਕਰ ਆਇਓ, ਫਕੀਰਾਂ ਦੇ ਨਾਲ ਸਾਡਾ ਮੱਥਾ ਜੋੜ ਆਇਓ, ਤੇ ਚੁਬਾਰੇ ਦੀ ਇੱਟ ਮੋਰੀ ਲਾ ਆਇਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਆਪ ਤੇ ਉਹ ਚੁਬਾਰਾ ਬਣ ਗਿਆ, ਤੇ ਗੁਰੂ ਘਰ ਨੂੰ ਮੋਰੀ ਦੱਸਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਮੋਰੀ ਪਤਾ ਮਕਾਨ ਦੇ ਥੱਲੇ ਹੁੰਦੀ ਹੈ, ਤੇ ਜੋ ਵੀ ਗੰਦਾ ਪਾਣੀ ਮਾੜਾ ਪਾਣੀ ਹੈ, ਨਾਲੀ ਦਾ ਪਾਣੀ ਉਹ ਮੋਰੀ ਵਿੱਚ ਜਾਂਦਾ। ਤੇ ਜਦੋਂ ਸੰਗਤ ਨੇ ਇਤਨੀ ਗੱਲ ਸੁਣੀ, ਤੇ ਸਾਧ ਸੰਗਤ ਜੀ ਉਹਨਾਂ ਨੇ ਇੱਕ ਸਤਿਗੁਰੂ ਜੀ ਨੂੰ ਪੱਤਰਕਾਰ ਲਿਖੀ, ਚਿੱਠੀ ਲਿਖੀ। ਉਹਨਾਂ ਨੇ ਲਿਖਿਆ, ਲਿਖਿਓ ਚੰਦੂ ਦੁਸ਼ਟ ਗਰਬੀਲੇ, हे सतगुरु जी चंदू दुष्ट दुर बचन से हम और सीले। कहते जेडे उन्हें बचन बोले ने ना, वो सुन के साडा मन जो है बड़ा ही दुखी होया, उदास हो गए हाँ।
ਆਪ ਚੁਬਾਰਾ ਬਣਿਓ ਪਾਪੀ, ਆਪਣੇ ਆਪ ਨੂੰ ਉਹ ਚੁਬਾਰਾ ਸਮਝਦਾ ਹੈ। ਤੇ ਗੁਰੂ ਕਾ ਘਰ ਇਹ ਮੋਰੀ ਥਾਪੀ, ਗੁਰੂ ਦੇ ਘਰ ਨੂੰ ਇਹ ਮੋਰੀ ਦੱਸਦਾ ਹੈ। ਤੇ ਸਤਿਗੁਰੂ ਜੀ ਨਿੰਦਾ ਜਾਂ ਬਿਦ ਉਨ ਗਰਬੀਨੋ, ਕਹਿੰਦੇ ਉਹਨਾਂ ਨੇ ਗੱਦੀ ਨੂੰ ਵੀ ਨਿੰਦਿਆ ਤੇ ਕਰੀ ਨਾ ਚਾਹੀਏ ਇਨਕੇ ਸ਼ਾਦੀ, ਇਹਦੇ ਘਰ ਕਹਿੰਦੇ ਤੁਸੀਂ ਸ਼ਾਦੀ ਨਹੀਂ ਕਰਨੀ। ਸੰਗਤ ਨੇ ਪੱਤਰ ਲਿਖ ਕੇ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਭੇਜਿਆ ਤੇ ਕਹਿੰਦੇ ਜਦੋਂ ਸਤਿਗੁਰੂ ਜੀ ਨੇ ਪੜ੍ਹਿਆ, ਉਹਨਾਂ ਨੇ ਆਖਿਆ ਕਿ ਇਹਨੇ ਗੁਰੂ ਘਰ ਨੂੰ ਕਿਹਾ ਹੈ ਮੋਰੀ, ਇਸ ਕਰਕੇ ਇਹਦੇ ਘਰ ਰਿਸ਼ਤਾ ਨਹੀਂ ਕਰਨਾ। ਤੇ ਸਾਧ ਸੰਗਤ ਜੀ ਚੰਦੂ ਸੁਣ ਕੇ ਦੁਖੀ ਹੋ ਗਿਆ ਤੇ ਉਹਨੇ ਜਾ ਕੇ ਜਹਾਂਗੀਰ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ। ਤੇ ਕਹਿੰਦੇ ਜਹਾਂਗੀਰ ਬਾਦਸ਼ਾਹ ਆਪਣੀ ਤੋਜਕ ਜਹਾਂਗੀਰੀ ਵਿੱਚ ਲਿਖਦਾ ਹੈ, ਕਹਿੰਦਾ ਮੈਂ ਕਈ ਚਿਰ ਤੋਂ ਵੇਖ ਰਿਹਾ ਹਾਂ ਕਿ 3-4 ਪੀੜ੍ਹੀਆਂ ਤੋਂ ਗੁਰੂ ਅਰਜਨ ਨੇ ਇੱਕ ਦੁਕਾਨ ਖੋਲ੍ਹੀ ਹੋਈ ਹੈ। ਉਹਦੇ ਵਿੱਚ ਭੋਲੇ ਭਾਲੇ ਹਿੰਦੂਆਂ ਨੂੰ ਤੇ ਬੇਸਮਝ ਮੂਰਖ ਮੁਸਲਮਾਨਾਂ ਨੂੰ ਆਪਣੇ ਸਿੱਖ ਬਣਾਈ ਜਾਂਦਾ ਹੈ ਤੇ ਇਸ ਨੂੰ ਮੈਂ ਬੰਦ ਕਰ ਦਿਆਂਗਾ, ਉਸ ਨੂੰ ਪਕੜ ਕੇ ਲਿਆਓ। ਜੀ ਕਹਿੰਦੇ ਜਦੋਂ ਸਤਿਗੁਰੂ ਜੀ ਨੂੰ ਲੈ ਕੇ ਗਏ ਜਹਾਂਗੀਰ ਬਾਦਸ਼ਾਹ ਕੋਲ, ਕਹਿਣ ਲੱਗਾ ਵੀ ਸਿਰਫ 2 ਗੱਲਾਂ ਨੇ, ਜਾਂ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਮੁਹੰਮਦ ਦੀ ਜੋ ਬਾਣੀ ਹੈ ਉਹ ਲਿਖੋ, ਉਹਦੀ ਸਿਫਤ ਸਲਾਹ ਲਿਖੋ, ਤੇ ਜਾਂ ਫਿਰ ਤੁਸੀਂ ਮੁਸਲਮਾਨ ਬਣ ਜਾਓ। 2 ਸ਼ਰਤਾਂ, ਤੀਜੀ ਸ਼ਰਤ ਹੈ ਜਾਂ ਫਿਰ ਤੁਹਾਨੂੰ ਸਜ਼ਾਵਾਂ ਦੇ ਕੇ ਕਤਲ ਕੀਤਾ ਜਾਵੇਗਾ, ਤੁਹਾਨੂੰ ਮਾਰ ਦਿੱਤਾ ਜਾਵੇਗਾ। ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਧੁਰਕੀ ਬਾਣੀ ਵਿੱਚ ਨਾ ਤਾਂ ਅੱਖਰ ਵੱਧ ਘਟ ਸਕਦਾ ਹੈ, ਨਾ ਘਟ ਸਕਦਾ ਹੈ, ਨਾ ਵੱਧ ਸਕਦਾ ਹੈ। ਇਹ ਧੁਰੋਂ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੇ ਆਪ ਭੇਜੀ ਹੈ ਤੇ ਨਾ ਹੀ ਇਹਦੇ ਵਿੱਚ ਹੋਰ ਕੋਈ ਆਇਤ ਹੋ ਸਕਦਾ ਹੈ। ਦੂਜਾ, ਅਸੀਂ ਮੁਸਲਮਾਨ ਬਣਨ ਨੂੰ ਤਿਆਰ ਨਹੀਂ, ਆਪਣਾ ਆਪ ਨੂੰ ਤਿਆਗਣ ਨੂੰ ਤਿਆਰ ਨਹੀਂ। ਜੋ ਗੁਰਸਿੱਖੀ ਹੈ ਧੰਨ ਗੁਰੂ ਨਾਨਕ ਦੇਵ ਦੀ, ਉਸ ਨੂੰ ਛੱਡਣ ਨੂੰ ਤਿਆਰ ਨਹੀਂ। ਤੀਜਾ ਜਿਹੜੀ ਸ਼ਰਤ ਹੈ ਉਹ ਸਾਨੂੰ ਮਨਜ਼ੂਰ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਕਹਿੰਦੇ ਜਿਸ ਤਰ੍ਹਾਂ ਗਰਮੀ ਦਾ ਮੌਸਮ ਸੀ ਤੇ ਬਾਦਸ਼ਾਹ ਮੁਰਤਜ਼ਾ ਖਾਨ ਦੇ ਹਵਾਲੇ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿ ਗਿਆ ਕਿ ਇਹਨਾਂ ਨੂੰ ਤਸੀਹੇ ਦੇ ਕੇ ਕਤਲ ਕਰ ਦਿਓ। ਠੀਕ ਕਹਿੰਦੇ ਨੇ ਜਦੋਂ ਉਸਨੇ ਇਤਨੀ ਗੱਲ ਕਰਕੇ ਤੇ ਆਪ ਜੋ ਬਾਦਸ਼ਾਹ ਹੈ ਉਹ ਕਹਿੰਦੇ ਪਸ਼ਾਵਰ ਨੂੰ ਚਲਾ ਗਿਆ। ਉੱਥੇ ਠੰਡਾ ਮੌਸਮ ਹੁੰਦਾ ਹੈ, ਗਰਮੀਆਂ ਕੱਟਣ ਚਲਾ ਗਿਆ ਤੇ ਪਿੱਛੋਂ ਚੰਦੂ ਨੂੰ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਨੂੰ ਪਕੜ ਕੇ ਲੈ ਆਏ ਹਨ ਤੇ ਮੁਰਤਜ਼ਾ ਖਾਨ ਕੋਲ ਹੈ। ਇਹ ਜਾ ਕੇ ਮੁਰਤਜ਼ਾ ਖਾਨ ਨੂੰ ਕਹਿਣ ਲੱਗਾ ਕਿ ਇਸ ਨੂੰ ਮੇਰੇ ਹਵਾਲੇ ਕਰ ਦਿਓ, ਇਹਨੂੰ ਮੈਂ ਸਜ਼ਾਵਾਂ ਦੇਵਾਂਗਾ। ਸਾਧ ਸੰਗਤ ਜੀ ਉਸ ਵੇਲੇ ਕਹਿਣ ਲੱਗਾ ਜਾਂ ਤੇ ਮੇਰੀ ਲੜਕੀ ਦਾ ਰਿਸ਼ਤਾ ਕਬੂਲ ਕਰ ਲਓ, ਜੇ ਨਹੀਂ ਤੇ ਤੁਹਾਨੂੰ ਮੈਂ ਬਹੁਤ ਸਜ਼ਾਵਾਂ ਦੇ ਕੇ ਕਤਲ ਕਰਾਂਗਾ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਚੰਦੂ, ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ, ਇਹ ਸੰਗਤਾਂ ਨੇ ਰਿਸ਼ਤਾ ਪ੍ਰਵਾਨ ਕੀਤਾ ਸੀ ਤੇ ਸੰਗਤਾਂ ਨੇ ਪ੍ਰਵਾਨ ਕਰ ਦਿੱਤਾ, ਇਹਦੇ ਵਿੱਚ ਅਸੀਂ ਨਹੀਂ ਕੁਝ ਕਹਿ ਸਕਦੇ, ਇਹ ਨਹੀਂ ਕਰਨਾ। ਤੇ ਸਾਧ ਸੰਗਤ ਜੀ ਈਰਖਾ ਦੇ ਨਾਲ ਸਤਿਗੁਰੂ ਜੀ ਨੂੰ ਤਥੀਆਂ ਤਵੀਆਂ ਤੇ ਬਿਠਾਇਆ, ਸਿਰ ਦੇ ਵਿੱਚ ਤੱਤਾ ਰੇਤਾ ਪਾਇਆ, ਤੱਤਾ ਰੇਤਾ ਪਾ ਕੇ ਤੇ ਸਤਿਗੁਰੂ ਜੀ ਦੇ ਜੋ ਛਾਲੇ ਹਨ ਸਰੀਰ ਜੋ ਜਲ ਰਿਹਾ ਹੈ, ਸਰੜ ਸਰੜ ਕਰ ਰਿਹਾ ਹੈ। ਤੇ ਸਾਈਂ ਮੀਆਂ ਮੀਰ ਨੇ ਆ ਕੇ ਵੇਖਿਆ, ਸਾਈਂ ਮੀਆਂ ਮੀਰ ਕੋਲੋਂ ਵੇਖਿਆ ਨੇ ਗਿਆ ਸਤਿਗੁਰੂ ਜੀ ਦਾ ਹਾਲ। ਕਹਿਣ ਲੱਗਾ ਸਤਿਗੁਰੂ ਜੀ ਆਪ ਦੀਨ ਦੁਨੀਆ ਦੇ ਮਾਲਕ ਹੋ, ਜੇ ਆਪ ਨਹੀਂ ਕੁਝ ਕਰ ਸਕਦੇ ਤੇ ਮੈਨੂੰ ਹੁਕਮ ਦਿਓ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦੇਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਤਿਗੁਰੂ ਜੀ ਸ਼ਾਂਤ ਸੁਭਾਅ ਦੇ ਵਿੱਚ ਬੈਠੇ ਨੇ। ਕਹਿਣ ਲੱਗੇ ਸਾਈਂ ਮੀਆਂ ਮੀਰ ਜੀ ਤੁਸੀਂ ਤੱਤੇ ਨਾ ਹੋਵੋ, ਸਾਨੂੰ ਤੱਤੀ ਤਵੀ ਜੋ ਹੈ ਉਹ ਠੰਡੀ ਲੱਗ ਰਹੀ ਹੈ, ਸਾਡਾ ਮਨ ਜੋ ਹੈ ਉਹ ਸ਼ਾਂਤ ਹੈ। ਤੇ ਸਤਿਗੁਰੂ ਜੀ ਨੇ
ਬਾਣੀ ਵੀ ਰਚਨ ਕੀਤੀ ਹੈ। ਆਪ ਸ਼ਬਦ ਪੜ੍ਹਦੇ ਹੋ ਕਿ ਮਨ ਤਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੀਰਾ ਪਾਣੀ ਢੋਵੇਂ, ਜੋ ਦੇਵੈ ਸੋ ਖਾਈ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਬਚਾਈ। ਵੇਖੋ ਆਪ ਲੱਕੜਾਂ ਦੇ ਨਾਲ ਤਵੀ ਤੇ ਬਹਿ ਕੇ ਆਪ ਸੜ ਰਹੇ ਹਨ, ਪਰ ਮਨ ਜੋ ਹੈ ਉਹ ਸ਼ਾਂਤ ਹੈ। ਸਾਈਂ ਮੀਆਂ ਮੀਰ ਨੂੰ ਕਹਿਣ ਲੱਗੇ ਕਿ ਸਾਈਂ ਮੀਆਂ ਮੀਰ ਜੀ, ਇਹ ਸਭ ਜੋ ਅਕਾਲ ਪੁਰਖ ਪ੍ਰਭੂ ਪਰਮਾਤਮਾ ਕਰ ਰਿਹਾ ਹੈ ਉਹ ਆਪ ਹੀ ਕਰ ਰਿਹਾ ਹੈ। ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਆਖਿਆ ਕਿ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸਹੀ ਜਾਣੈ ਜਿਨ ਇਹ ਕਾਰਨ ਕੀਆ। ਤੇ ਸਾਈਂ ਮੀਆਂ ਮੀਰ ਜੀ ਸ਼ਾਂਤ ਰਹੋ ਤੇ ਆਪ ਸਤਿਗੁਰੂ ਜੀ ਸ਼ਬਦ ਜੋ ਹੈ ਉਚਾਰਨ ਕਰਦੇ ਨੇ ਤਵੀ ਤੇ ਬੈਠੇ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਨਾਨਕ ਮੰਗੈ। ਤੇਰਾ ਕੀਆ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਨਾਨਕ ਮੰਗੈ। ਤੇਰਾ ਕੀਆ ਹਰ ਕਾ ਨਾਮ ਹਿਰਦੇ ਸਦ ਧਿਆਈ, ਹਰ ਕਾ ਨਾਮ ਹਿਰਦੇ ਸਦ ਧਿਆਈ, ਸੰਗੀ ਸਾਥੀ ਸਗਲ ਤਰਾਈ। ਸੰਗੀ ਸਾਥੀ ਸਗਲ ਤਰਾਈ, ਸਗਲ ਤਰਾਈ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਨਾਨਕ ਮੰਗੈ। ਤੇਰਾ ਕੀਆ ਗੁਰ ਮੇਰੇ ਸੰਗ ਸਦਾ ਨਾਲੇ, ਗੁਰ ਮੇਰੇ ਸੰਗ ਸਦਾ ਨਾਲੇ, ਸਿਮਰ ਸਿਮਰ ਤਿਸ ਸਦਾ ਸਮਾਲੇ। ਸਿਮਰ ਸਿਮਰ ਤਿਸ ਸਦਾ ਸਮਾਲੇ, ਸਿਮਰ ਸਿਮਰ ਤਿਸ ਸਦਾ ਸਮਾਲੇ।
सिमर सिमर तिस सदा समाये, सदा समाये। तेरा किया मिटा लागे, हर नाम पदार्थ नानक मांगे, नानक मांगे। तेरा किया तो साध संगत जी, सतगुरु जी तत्तियां तमियां ते बैठे ने। जदों चहल पहर होया ते सतगुरु जी ने ਅੰਮ੍ਰਿਤ ਵੇਲੇ ਇਹ याचना की कि असीं इशनान करना है। फिर रावी नदी ते सतगुरु जी लिजाया गया। मन च सोचते हैं कि छाले से पए हुए हैं शरीर ते जदों ठंडे जल दे विच इन्हां नूं पाया गया, इन्हां नूं होर तकलीफ होवेगी। ते सतगुरु जी उस रावी दे विच शरीर त्यागे, समा गए। सूरज किरण मिले, जल का जल हुआ राम, ज्योति ज्योत अली संपूर्ण थिया राम। आओ शब्द अखीरला समझ करिए। उस वक्त आनंद साहब का कीर्तन होगा। सूरज किरण मिले, सूरज किरण मिले, जल का जल हुआ जल का जल हो सूरज किरण मिले, सूरज किरण मिले। ज्योति ज्योत में संपूर्ण थिया राम, संपूर्ण थिया राम। सूरज किरण मिले, सूरज किरण मिले, जल का जल हो जल का जल हो सूरज किरण मिले, सूरज किरण मिले। ब्रह्म शीर्ष ब्रह्म सुनिया, एको एक बुखारिया, एको एक बुखारिया। आत्म प्रसारा करनहारा, आत्म प्रसारा करनहारा। प्रभु बिना नहीं जानिए, सूरज किरण मिले, सूरज किरण मिले, जल का जल हो सूरज किरण मिले, सूरज किरण मिले।
ਕਾਰਨ ਕੀਆ। ਬਲਵੰਤ ਨਾਨਕ ਸਈ ਜਾਣੈ। ਬਲਵੰਤ ਨਾਨਕ ਸਈ ਜਾਣੈ। ਜਿਨੇ ਹਰ ਰਸ ਪੀਆ, ਜਿਨੇ ਹਰ ਰਸ ਪੀਆ। ਸੂਰਜ ਕਿਰਨ ਮਿਲੈ, ਸੂਰਜ ਕਿਰਨ ਮਿਲੈ। ਜਲ ਕਾ ਜਲ ਹੋਵਾਰਾ, ਜਲ ਕਾ ਜਲ ਹੋਵਾਰਾ। ਸੂਰਜ ਕਿਰਨ ਮਿਲੈ, ਸੂਰਜ ਕਿਰਨ ਮਿਲੈ। ਜੋਤੀ ਜੋਤ ਰਲੇ, ਜੋਤ ਰਲੇ। ਸੰਪੂਰਨ ਤੇਰਾ, ਸੰਪੂਰਨ ਤੇਰਾ। ਸੂਰਜ ਕਿਰਨ ਮਿਲੈ, ਸੂਰਜ ਕਿਰਨ ਮਿਲੈ, ਸੂਰਜ ਕਿਰਨ ਮਿਲੈ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ। ਸਹਿਜ ਸਿੱਧੀ ਮਨ ਮਤੀਆਂ ਬਧਾਈਆਂ। ਕਾਗਲ ਤਨ ਪਰਵਾਰ ਕਰੀਆਂ, ਸ਼ਬਦ ਗਾਵਣੀਆਂ। ਸ਼ਬਦੋ ਗਾਓ ਹਰੀ ਕੇ ਰਾਮਨ ਜਿਨੇ ਵਸਾਇਆ। ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਕਰਨਾਲ ਰੋ ਤੂੰ ਮਨ ਮੇਰੇ। ਦੁਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਲ ਸਭ ਸਵਾਰ। ਪਵਨਾਂਗਨਾ ਸਮਰੱਥ ਸੁਆਮੀ ਸੋ ਕਿਉ ਨਾਮ ਸਾਰੇ। ਵੈ ਨਾਨਕ ਮਨ ਮੇਰੇ ਸਦਾ ਰੋਵਰ ਨਾਲੇ। ਸਾਚੇ ਸਾਈ ਮਾਂ ਕਿਆ ਨਹੀਂ ਕਰਦੇ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਏ। ਸਦਾ ਸਿਫ ਸਲਾ ਤੇਰੀ ਨਾਮ ਮਨ ਸਾਰੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਲੇਰੇ। ਕਹਿ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਦੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਨ ਭੁੱਖਾ ਸਭ ਗਵਾਏ, ਪਰ ਸਾਧ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਬਚਾਏ। ਸਦਾ ਕੁਰਬਾਨ ਕੀਤਾ ਗੁਰ ਮਿੱਟੋ, ਜਿਸ ਦੀ ਆਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸਬਦ ਘਰ ਸੁਭਾਗੈ, ਘਰ ਸੁਭਾਗੈ। ਸ਼ਬਦ ਵਾਜੇ ਗਲਾ ਜਿਤਾ ਤਾਰਿਆ। ਪੰਜ ਦੋਲ ਤਦਵਾਸ ਕੀਤੇ ਕਾਲ ਪੰਜ ਕੁਮਾਰੀ। ਗੁਰ ਕਰਮ ਪਾਇਆ ਦੁਜਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਹੈ ਸੋ ਆਦਿ ਕਰਿਆ ਤਦਵਾਰ। ਬੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਮੰਤਰ ਪਾਇਆ ਉਤਰੇ ਸਗਲ ਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਸੇ ਪੂਰੇ ਗੁਰ ਤੇ ਜਾਣ। ਤੁਮ ਤੇ ਪੁਨਿਤ ਕਰਤੇ ਪਵਿੱਤ ਸਤਿਗੁਰੇ ਆਪਰ ਕੋ।